ਫਿਰ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਹੁਣ ਅਕਾਲੀ ਦਲ ਐਸਜੀਪੀਸੀ ਦੀ ਸੱਤਾ ਬਚਾਉਣ ਦੀ ਜੁਗਤ ਦੇ ਵਿੱਚ ਨਜ਼ਰਾਂ ਟਿਕਾ ਕੇ ਬੈਠਾ ਹੈ। ਸੀਨੀਅਰ ਬਾਦਲ ਨੇ ਐਸਜੀਪੀਸੀ ਚੋਣਾਂ ਦੇ ਲਈ ਤਿਆਰੀ ਖਿੱਚੀ ਤਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਨਿਸ਼ਾਨੇ ਸਾਧਣ ਦੇ ਵਿੱਚ ਦੇਰ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਹੋਈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਐਸਜੀਪੀਸੀ ਚੋਣਾਂ ਦੇ ਲਈ ਅਕਾਲੀ ਦਲ ਨੇ ਹੁਣ ਤੋਂ ਹੀ ਤਿਆਰੀ ਖਿੱਚ ਲਈ ਹੈ, ਜਿਸ ਨੂੰ ਲੈ ਕੇ ਸੀਨੀਅਰ ਬਾਦਲ ਖੁਦ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਮੈਦਾਨ ਵਿੱਚ ਨੇ। ਲੰਬੀ ਵਿੱਚ ਉਹਨਾਂ ਨੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਜਿਹੜੀ ਮਰਜ਼ੀ ਪਾਰਟੀ ਨੂੰ ਵੋਟਾਂ ਪਾਓ, ਪਰ ਐਸਜੀਪੀਸੀ ਦੀ ਕਮਾਨ ਗੈਰਾਂ ਦੇ ਹੱਥਾਂ ਵਿੱਚ ਨਹੀਂ ਜਾਣੀ ਚਾਹੀਦੀ। ਪ੍ਰਕਾਸ਼ ਸਿੰਘ ਬਾਦਲ ਨੇ ਵਾਰਨਿੰਗ ਦਿੰਦਿਆਂ ਕਿਹਾ ਕਿ ਜੇਕਰ ਐਸਜੀਪੀਸੀ ਕਿਸੇ ਹੋਰ ਹੱਥਾਂ 'ਚ ਗਈ ਤਾਂ ਨਤੀਜੇ ਸਹੀ ਨਹੀਂ ਹੋਣਗੇ। ਦੂਜੇ ਇਲੈਕਸ਼ਨਾਂ ਤਾਂ ਕਿਤੇ ਵੋਟ ਪਾ ਦਿਓ ਮਰਜ਼ੀ ਹੈ, ਪਰ ਗੁਰਦੁਆਰਾ ਇਲੈਕਸ਼ਨ ਜਿਹੜਾ ਹੈ ਉਹਦੇ ਵਾਸਤੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਉਹ ਗੈਰਾਂ ਦੇ ਹੱਥਾਂ 'ਚ ਉਹਨਾਂ ਇੰਤਜ਼ਾਮ ਆ ਗਿਆ ਤਾਂ ਫਿਰ ਇੱਥੇ ਕੋਈ ਕੇਸਰੀ ਜਿੱਥੇ ਗੁਰੂ ਸਾਹਿਬਾਨ ਦਾ ਉੱਥੇ ਕੇਸਰੀਵਾਲ ਦਾ ਜਾਂ ਹੋਰ ਕਿਸੇ ਦਾ ਉੱਥੇ ਜ਼ਿਆਦਾ ਬੋਲਬਾਲਾ ਹੋਏਗਾ। ਇਹ ਤਾਂ ਮੈਂ ਇੱਕ ਵਾਰਨਿੰਗ ਹੀ ਦੇਣਾ। ਅਕਾਲੀ ਦਲ ਐਸਜੀਪੀਸੀ ਤੇ ਕਬਜ਼ੇ ਦੀ ਗੱਲ ਕਰ ਰਿਹਾ ਹੈ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਘੇਰਿਆ ਤੇ ਕਿਹਾ ਕਿ ਐਸਜੀਪੀਸੀ ਤੇ ਕਬਜ਼ਾ ਤਾਂ ਅਕਾਲੀ ਦਲ ਦਾ ਹੈ, ਕਿਸੇ ਹੋਰ ਦਾ ਨਹੀਂ, ਤੇ ਇਹਨਾਂ ਦਾ ਕਬਜ਼ਾ ਹਟਾਉਣਾ ਹੈ। ਹੁਣ ਜੇ ਚੋਣ ਸ਼੍ਰੋਮਣੀ ਕਮੇਟੀ ਦੀ ਆਜੂ ਤੇ ਪੰਜਾਬ ਦੀ ਸਿੱਖ ਸੰਗਤ ਹੈ ਜੋ ਉਹਦੀ ਜਿਹਦੀ ਮਰਜ਼ੀ ਹੈ, ਜਿਹਦੀ ਝੋਲੀ ਪਾ ਦੇਣਗੇ, ਉਹਨਾਂ ਦੇ ਅਖਤਿਆਰ ਚ ਨਾ ਕੋਈ ਕਬਜ਼ਾ ਕਰ ਸਕਦਾ ਹੈ ਤੇ ਨਾ, ਕਿਉਂਕਿ ਕਬਜ਼ਾ ਤਾਂ ਇਹਨਾਂ ਨੇ ਕੀਤਾ ਹੋਇਆ ਸੀ। ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿਰਮੌਰ ਜਥੇਬੰਦੀ ਕਿਹਾ ਜਾਂਦਾ ਹੈ ਸੰਸਥਾ ਹੈ, ਔਰ ਜੇ ਕਮਰਾ ਵੀ ਲੈਣਾ ਹੋਵੇ ਉੱਥੇ ਕੋਈ ਯਾਰ ਸਿੱਖ ਸੰਗਤ ਨੂੰ ਤਾਂ ਉਹ ਵੀ ਨਹੀਂ ਮਿਲਦਾ। ਅਕਾਲੀ ਦਲ ਨੇ ਐਸਜੀਪੀਸੀ ਚੋਣਾਂ ਤੋਂ ਪਹਿਲਾਂ ਤਾਂ ਤਿਆਰੀਆਂ ਸ਼ੁਰੂ ਕੀਤੀਆਂ ਨੇ ਤਾਂ ਉੱਥੇ ਹੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਦੇ ਕਾਰਨਾਂ ਦੀ ਘੋਖ ਕਰਨ ਲਈ ਕਮੇਟੀ ਦਾ ਵੀ ਗਠਨ ਕੀਤਾ, ਜਿਸ ਵਿੱਚ 16 ਮੈਂਬਰ ਹੋਣਗੇ। ਸੁਖਬੀਰ ਬਾਦਲ ਨੇ ਵੀ ਕਿਹਾ ਕਿ ਅਗਲੇ ਫੈਸਲੇ ਕਮੇਟੀ ਦੀ ਰਾਏ ਮੁਤਾਬਿਕ ਹੀ ਲਏ ਜਾਣਗੇ। ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਿਹੜੀ ਹੇਠਾਂ ਤੱਕ ਤਹਿ ਤੱਕ ਜਾ ਕੇ ਸਾਰੀ ਗੱਲ ਦੀ ਘੋਖ ਕਰੇਗੀ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਤਰ੍ਹਾਂ ਦੇ ਕਿਉਂ ਆਏ, ਕਿਹੜੀਆਂ ਵੱਡੀਆਂ ਤਬਦੀਲੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਵਿੱਚ ਕੀਤੀਆਂ ਜਾਣੀਆਂ ਚਾਹੀਦੀਆਂ, ਜਥੇਬੰਦੀ ਦੇ ਵਿੱਚ ਕੀ ਫੇਰ ਬਦਲ ਦੀ ਲੋੜ ਹੈ। ਇਹ ਸਾਰਾ ਕੁਝ ਕਮੇਟੀ ਜਿਹੜੀ ਹੈ ਤੈਅ ਕਰਕੇ। ਅਕਾਲੀ ਦਲ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਦੇ ਵਿਰੋਧੀ ਧਿਰ ਦੀ ਪਾਰਟੀ ਵੀ ਨਹੀਂ ਬਣ ਸਕੀ ਤੇ ਹੁਣ ਅਕਾਲੀ ਦਲ ਦਾ ਨਿਸ਼ਾਨਾ ਪੰਜਾਬ ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਅਕਾਲੀ ਦਲ ਆਪਣਾ ਪੂਰਾ ਜ਼ੋਰ ਐਸਜੀਪੀਸੀ ਦੀ ਸੱਤਾ ਬਰਕਰਾਰ ਰੱਖਣ ਤੇ ਲਗਾ ਰਹੀ ਹੈ। ਲੰਬੀ ਤੋਂ ਚੇਤਨਪੁਰਾ ਦੀ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ ਤੇ ਗੱਲ ਰਾਜ ਸਭਾ ਦੀਆਂ ਸੀਟਾਂ ਦੀ। 5 ਸੀਟਾਂ ਖਾਲੀ ਹੋਈਆਂ, ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਆਮ ਆਦਮੀ ਪਾਰਟੀ ਨੇ ਬਿਨਾਂ ਕਿਸੇ ਮੁਕਾਬਲੇ ਜਾਂ ਵਿਰੋਧ ਤੋਂ ਇਹ 5 ਦੀਆਂ 5 ਸੀਟਾਂ ਦੇ ਉੱਤੇ ਕਬਜ਼ਾ ਕਰ ਲਿਆ। ਜਿਵੇਂ ਰਾਜ ਸਭਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਲੀਨ ਸਵੀਪ ਕੀਤਾ ਗਿਆ। ਰਾਜ ਸਭਾ ਦੀਆਂ 5 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਹੁਣ ਗਈਆਂ ਨੇ। ਰਸਮੀ ਤੌਰ ਤੇ ਰਾਜ ਸਭਾ ਉਹ ਪਹੁੰਚੇ ਨੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ ਕਰਕੇ ਰਸਮੀ ਤੌਰ ਤੇ ਅਸੀਂ ਕਹਿ ਰਹੇ ਹਾਂ ਕਿਉਂਕਿ ਉਹਨਾਂ ਦੇ ਖਿਲਾਫ ਯਾਨੀ ਕਿ ਉਹਨਾਂ ਦੇ ਮੁਕਾਬਲੇ ਦੇ ਵਿੱਚ ਕਿਸੇ ਨੇ ਕੋਈ ਨੋਮੀਨੇਸ਼ਨ ਫਾਈਲ ਹੀ ਨਹੀਂ ਕੀਤੀ ਤੇ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ ਵੀਰਵਾਰ ਤੱਕ ਦਾ ਸੀ। ਉਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਕਿ ਹੁਣ ਮੁਕਾਬਲੇ ਦੇ ਵਿੱਚ ਕੋਈ ਨਹੀਂ ਹੈ ਤਾਂ ਇਸ ਕਰਕੇ ਰਸਮੀ ਤੌਰ ਤੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦੇ ਦਿੱਤੀ ਜਾਂਦੀ ਹੈ। 5 ਉਮੀਦਵਾਰ ਉਤਾਰੇ ਸਨ ਆਮ ਆਦਮੀ ਪਾਰਟੀ ਨੇ। ਰਾਘਵ ਚੱਡਾ, ਹਰਭਜਨ ਸਿੰਘ, ਸੰਦੀਪ ਪਾਠਕ, ਸੰਜੀਵ ਅਰੋੜਾ ਤੇ ਅਸ਼ੋਕ ਮਿੱਤਲ। 5 ਸੀਟਾਂ ਰਾਜ ਸਭਾ ਦੀਆਂ ਖਾਲੀ ਹੋਈਆਂ ਸੀ। ਰਾਜ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ। ਰਾਜ ਸਭਾ ਦੇ ਵਿੱਚ ਕੌਣ ਲੋਕ ਜਾਂਦੇ ਨੇ ਜਿਨ੍ਹਾਂ ਨੂੰ, ਉਹ ਵੀ ਤੁਹਾਨੂੰ ਦੱਸਦੇ ਆ, ਜਿਨ੍ਹਾਂ ਨੂੰ ਪਾਰਟੀ ਨੋਮੀਨੇਟ ਕਰਦੀ ਹੈ। ਉਹ ਪਾਰਟੀ ਦਾ ਅਧਿਕਾਰ ਹੈ ਕਿ ਕਿਸ ਨੂੰ ਉਹ ਨੋਮੀਨੇਟ ਕਰਦੇ ਨੇ। ਉਸ ਤੋਂ ਬਾਅਦ ਪਾਰਟੀ ਦੇ ਕੋਲ ਕਿੰਨੇ ਨੋਮੀਨੇਟ ਕਰਨ ਦੀ ਪਾਵਰ ਹੈ ਉਹ ਤੈਅ ਕਰਦੇ ਹੈ ਵਿਧਾਨ ਸਭਾ ਦੇ ਅੰਦਰ ਐਮਐਲਏਜ਼ ਦੀ ਗਿਣਤੀ। ਜਿਸ ਪਾਰਟੀ ਦੇ ਕੋਲ ਵਿਧਾਨ ਸਭਾ ਦੇ ਵਿੱਚ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੋਏਗੀ ਉਹਨਾਂ ਦੇ ਉਨੇ ਹੀ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਜਾਣਗੇ ਜਦੋਂ ਇਲੈਕਸ਼ਨ ਹੋਣਗੇ। ਖਾਸ ਇਹ ਵੀ ਹੈ ਕਿ ਜੇਕਰ ਅਸੀਂ ਪਿਛਲੇ 5 ਸਾਲ ਦੇ ਵਿੱਚ ਦੇਖੀਏ ਜਦੋਂ ਕੈਪਟਨ ਸਰਕਾਰ ਸੀ, ਕਿਉਂਕਿ 6 ਸਾਲ ਦਾ ਕਾਰਜਕਾਲ ਹੁੰਦਾ ਹੈ ਰਾਜ ਸਭਾ ਮੈਂਬਰ ਦਾ, ਔਰ 6 ਸਾਲ ਕੋਈ ਵੀ ਇਲੈਕਸ਼ਨ ਕੈਪਟਨ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਆਇਆ ਹੀ ਨਹੀਂ ਤਾਂ ਇਹ ਜਿਹੜੀ ਰਾਜ ਸਭਾ ਦੀਆਂ ਸੀਟਾਂ ਕਾਂਗਰਸ ਦੇ ਕੋਲ, ਤਤਕਾਲੀ ਜੋ ਕਾਂਗਰਸ ਦੀ ਸਰਕਾਰ ਸੀ ਉਹਨਾਂ ਦੇ ਕੋਲ ਜਾ ਸਕਦੀਆਂ ਸੀ। ਉਹਨਾਂ ਕੋਲ ਪਿਛਲੀ ਵਾਰ 77 ਸੀਟਾਂ ਸੀ, ਬਾਅਦ 80 ਹੋ ਗਈਆਂ ਸਨ ਤੇ ਰਾਜ ਸਭਾ ਦੀ ਟਿਕਟ ਦਿੱਤੀ 5 ਨੂੰ ਆਮ ਆਦਮੀ ਪਾਰਟੀ ਨੇ ਤੇ 5 ਦੇ 5 ਉਮੀਦਵਾਰ ਹੁਣ ਸਿੱਧਾ ਰਾਜ ਸਭਾ ਪਹੁੰਚੇ ਨੇ।
आज इस सदन से एक प्रकार से विदाई ले रहा हूं, लेकिन विदाई लोगों से नहीं, केवल मैं सदन की सदस्यता से लोगों के बीच रहकर सदैव काम करेंगे। जिन लोगों ने मेरा साथ दिया, मेरा हाथ थामा, मैं उनका दास बन के अपनी विधानसभा के लोगों का, दिल्ली के लोगों की सदैव सेवा करता रहूंगा और मेरी सेवा में कोई कमी नहीं आएगी। ये मैं सदन में भी कहा, आज आपके सामने भी कहता हूं कि सदन जरूर बदला है, लेकिन संघर्ष वही है, सेवा वही है, सेवा भाव वही है और हम उसी समर्पण भाव से काम जनता द्वारा अब तक आप चुन के थे, अब नहीं, अपर हाउस जा रहे हैं। अपर हाउस जा रहे हैं और बड़ी मेरे लिए बहुत ही गौरव की बात है कि इतनी कम उम्र में इतनी बड़ी जिम्मेदारी मेरे नेता ने दी है। मैं कोशिश करूंगा इस जिम्मेदारी और इनकी एक्सपेक्टेशंस पे खरा उतरूं। कई सारे मुद्दे हैं उठाने वाले, एग्रीकल्चरल इश्यूज से लेकर पावर इश्यूज से लेकर फाइनेंशियल इश्यूज तक सारी चीजें, पंजाब के बहुत सारे मुद्दे हैं जिसको हम पिछले करीब 1.5-2 साल से क्लोजली वॉच कर रहे हैं, स्टडी कर रहे हैं। उन सारे मुद्दों की पंजाब के लोगों की आवाज बनकर सदन में गूंजने की कोशिश करेंगे और देश के लोगों की आवाज बनकर सदन में उन कानों तक अपनी आवाज पहुंचाने की कोशिश करेंगे जिन कानों ने शायद आम लोगों की आवाज सुनना बंद कर। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਮਾਨ ਸਰਕਾਰ ਦੇ ਮੰਤਰੀ ਅਹੁਦੇ ਸੰਭਾਲਣ ਤੋਂ ਬਾਅਦ ਐਕਸ਼ਨ ਦੇ ਵਿੱਚ ਵੀ ਨੇ। ਪੰਚਾਇਤੀ ਰਾਜ ਮੰਤਰੀ ਕੁਲਦੀਪ ਧਾਲੀਵਾਲ ਨੇ ਕਾਂਗਰਸ ਸਰਕਾਰ ਦੇ ਵੱਲੋਂ ਪਿੰਡਾਂ ਦੇ ਲਈ ਜਾਰੀ ਕੀਤੇ ਫੰਡਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਸ ਦੇ ਪਿੱਛੇ ਵਜ੍ਹਾ ਜਾਂ ਕਹੀਏ ਕਿ ਹਵਾਲਾ ਦਿੱਤਾ ਗਿਆ ਹੈ ਕਿ ਜੋ ਫੰਡ ਜਾਰੀ ਕਰਨ ਦੇ ਆਦੇਸ਼ ਹੋਏ ਸੀ ਜਾਂ ਜੋ ਫੰਡ ਜਾਰੀ ਕੀਤੇ ਗਏ ਨੇ ਉਸ ਦੇ ਵਿੱਚ ਘੁਟਾਲਾ, ਘਪਲਾ ਹੋਣ ਦਾ ਸ਼ੱਕ ਹੈ। ਸੱਤਾ ਬਦਲੀ ਤਾਂ ਫੈਸਲੇ ਬਦਲਣ ਲੱਗੇ ਨੇ। ਕਾਂਗਰਸ ਸਰਕਾਰ ਵੱਲੋਂ ਪਿੰਡੂ ਖੇਤਰ ਦੇ ਲਈ ਜਾਰੀ ਕੀਤੀਆਂ ਗ੍ਰਾਂਟਾਂ ਤੇ ਪੰਚਾਇਤ ਰਾਜ ਮੰਤਰੀ ਕੁਲਦੀਪ ਧਾਲੀਵਾਲ ਨੇ ਰੋਕ ਲਗਾ ਦਿੱਤੀ ਹੈ। ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੁਕਮਾਂ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਜੋ ਫੰਡ ਖਜ਼ਾਨੇ 'ਚੋਂ ਜਾਰੀ ਹੋ ਚੁੱਕੇ ਨੇ ਪਰ ਏਜੰਸੀਆਂ ਨੂੰ ਅਜੇ ਜਾਰੀ ਨਹੀਂ ਹੋਏ, ਉਹਨਾਂ ਦੇ ਖਰਚ ਦੇ ਉੱਤੇ ਫੌਰਨ ਰੋਕ ਲਗਾਈ ਜਾਵੇ। ਮੰਤਰੀ ਜੀ ਨੂੰ ਸ਼ੱਕ ਹੈ ਕਿ ਫੰਡਾਂ ਦੀ ਵੰਡ 'ਚ ਵੱਡਾ ਘੁਟਾਲਾ ਹੋਇਆ ਹੈ ਕਿਉਂਕਿ ਕੋਈ ਰਿਕਾਰਡ ਨਹੀਂ ਹੈ, ਇਸ ਲਈ ਪਹਿਲਾਂ ਜਾਂਚ ਹੋਵੇਗੀ। ਕਿ ਸਾਨੂੰ ਪਤਾ ਲੱਗੇ ਕਿਉਂਕਿ ਸਾਡੇ ਕੋਲ ਕੋਈ ਰਿਕਾਰਡ ਨਹੀਂ ਸੀਗਾ, ਪਤਾ ਲੱਗੇ ਕਿ ਕਿੰਨਾ ਫੰਡ ਸਾਡੇ ਕੋਲ ਪਿਆ, ਕਾਹਦੇ ਲਈ ਪਿਆ। ਬਹੁਤ ਸਾਰੀਆਂ ਸਾਡੇ ਕੋਲ ਸ਼ਿਕਾਇਤਾਂ ਇੱਦਾਂ ਦੀਆਂ ਆਈਆਂ ਕਿ ਫੰਡ ਜਿਹੜਾ ਗਲੀਆਂ ਦੀ ਆਇਆ, ਛੱਪੜਾਂ ਤੇ ਲਾਤਾ, ਛੱਪੜਾਂ ਦਾ ਆਇਆ, ਫਿਲਮੀਆਂ ਦੇ ਲਾਤਾ, ਤੇ 2-4 ਦਿਨ ਦੇ ਵਿੱਚ ਹੀ ਅਸੀਂ ਦੁਬਾਰਾ ਇਹਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ। ਕਿ ਇਸ ਦੇ ਵਿੱਚ ਘੁਟਾਲਾ ਵੀ ਕੋਈ ਨਿਕਲ ਕੇ ਆ, ਘੁਟਾਲਾ ਵੀ ਨਿਕਲੂਗਾ। ਕਾਂਗਰਸ ਸਰਕਾਰ ਦੇ ਵੱਲੋਂ ਸਾਲ 2021-2022 ਦੇ ਦੌਰਾਨ 11 ਤਰ੍ਹਾਂ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਦੇ ਵਿੱਚ ਮੋٹے ਰੂਪ ਦੇ ਵਿੱਚ ਪਿੰਡਾਂ 'ਚ ਤਰਲ ਵੇਸਟ ਮੈਨੇਜਮੈਂਟ ਪਲਾਂਟ, ਸੋਲਿਡ ਵੇਸਟ ਮੈਨੇਜਮੈਂਟ ਪਲਾਂਟ, ਯਾਦਗਾਰੀ ਗੇਟਾਂ ਦੀ ਉਸਾਰੀ, ਸ਼ਮਸ਼ਾਨ ਘਾਟ, ਕਬਰਿਸਤਾਨ ਦੀ ਉਸਾਰੀ, ਸੋਲਰ ਲਾਈਟਾਂ ਤੇ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਦੇ ਲਈ ਫੰਡ ਜਾਰੀ ਕੀਤੇ ਗਏ ਸਨ। ਸਰਕਾਰ ਦੇ ਇਸ ਫੈਸਲੇ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸਵਾਲ ਚੁੱਕੇ। ਖਹਿਰਾ ਨੇ ਟਵੀਟ ਕਰਕੇ ਲਿਖਿਆ ਕਿ ਪਿਛਲੀ ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿਕਾਸ ਦੇ ਲਈ ਜਾਰੀ ਕੀਤੀ ਗ੍ਰਾਂਟ ਤੇ ਮਾਨ ਸਰਕਾਰ ਦੇ ਵੱਲੋਂ ਰੋਕ ਲਗਾਉਣ ਦਾ ਫੈਸਲਾ ਲੋਕਤੰਤਰ ਤੇ ਸਿੱਧਾ ਹਮਲਾ ਹੈ। ਇਸ ਪਿਛਾਂ ਖਿੱਚੂ ਫੈਸਲੇ ਤੋਂ ਇਲਾਵਾ ਇਸ ਦਾ ਮਕਸਦ ਸਰਪੰਚਾਂ ਦੀਆਂ ਬਾਹਾਂ ਮਰੋੜ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਉਣਾ ਹੈ। ਇਹ ਰਵਾਇਤੀ ਪਾਰਟੀਆਂ ਵਾਲੇ ਹੀ ਤੌਰ ਤਰੀਕੇ ਨੇ। ਕਿੱਥੇ ਆ ਬਦਲਾ? ਕਾਂਗਰਸ ਸਰਕਾਰ ਨੇ ਆਪਣੇ ਆਖਰੀ ਸਾਲ ਦੇ ਵਿੱਚ ਪਿੰਡਾਂ ਨੂੰ ਵਿਕਾਸ ਦੇ ਲਈ ਗ੍ਰਾਂਟ ਜਾਰੀ ਕੀਤੀ ਸੀ, ਪਰ ਹੁਣ ਇਸ ਗ੍ਰਾਂਟ ਦੀ ਜਾਂਚ ਹੋਵੇਗੀ ਕਿਉਂਕਿ ਨਵੇਂ ਬਣੇ ਮੰਤਰੀ ਨੂੰ ਘਪਲੇ ਦਾ ਸ਼ੱਕ ਹੈ। ਜਾਂਚ ਤੋਂ ਬਾਅਦ ਹੀ ਇਸ ਗ੍ਰਾਂਟ ਨੂੰ ਵਰਤਿਆ ਜਾ ਸਕੇਗਾ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ।